ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਬਰਕਤ ਦੇਵੇ। ਹਾਲੇਲੂਇਆ। ਸੋ ਆਓ, ਜਦੋਂ ਅਸੀਂ ਖੜੇ ਹਾਂ ਪ੍ਰਭੂ ਦੇ ਪਾਕ ਕਲਾਮ ਦੇ ਆਦਰ ਦੇ ਲਈ, ਅਸੀਂ ਪ੍ਰਭੂ ਦੇ ਪਾਕ ਕਲਾਮ ਵਿੱਚੋਂ ਪੜ੍ਹਾਂਗੇ। ਰਸੂਲਾਂ ਦੀ ਕਿਤਾਬ ਉਹਦਾ 7 ਅਧਿਆਏ ਔਰ ਉਹਦੀਆਂ ਪਹਿਲੀਆਂ 8 ਆਇਤਾਂ। ਰਸੂਲਾਂ ਦੀ ਕਿਤਾਬ ਉਹਦਾ 8 ਅਧਿਆਏ, ਉਹਦੀਆਂ ਪਹਿਲੀਆਂ 7 ਅਧਿਆਏ, ਉਹਦੀਆਂ ਪਹਿਲੀਆਂ 8 ਆਇਤਾਂ ਅਸੀਂ ਪ੍ਰਭੂ ਦੇ ਪਾਕ ਕਲਾਮ ਚੋਂ ਪੜਾਂਗੇ। ਤਦ ਸਰਦਾਰ ਯਾਜਕ ਨੇ ਪੁੱਛਿਆ, ਇਹ ਗੱਲਾਂ ਐਵੇਂ ਹੀ ਹਨ? ਤਦ ਬੋਲਿਆ, ਹੇ ਭਾਈਓ ਤੇ ਹੇ ਪਿਤਰੋ ਸੁਣੋ। ਸਾਡੇ ਪਿਤਾ ਅਬਰਾਹਮ ਨੂੰ ਹਰਾਨ ਵਿੱਚ ਵਸਣ ਤੋਂ ਅੱਗੋਂ, ਜਦ ਉਹ ਮੈਸੋਪੋਤਾਮੀਆ ਵਿੱਚ ਸੀ, ਤੇਜ ਰੂਪ ਪਰਮੇਸ਼ਵਰ ਵਿਖਾਈ ਦਿੱਤਾ ਅਤੇ ਉਹਨੂੰ ਆਖਿਆ, ਤੂੰ ਆਪਣੇ ਦੇਸ਼, ਆਪਣੇ ਸਾਕਾਂ ਵਿੱਚੋਂ ਨਿਕਲ ਕੇ ਹਰਾਨ ਵਿੱਚ, ਜਿਹੜਾ ਮੈਂ ਤੈਨੂੰ ਵਿਖਾਲਾਂਗਾ, ਚਲਿਆ ਆ। ਤਦ ਉਹ ਕਲਦੀਆ ਦੇ ਦੇਸ਼ ਤੋਂ ਨਿਕਲ ਕੇ ਹਰਾਨ ਵਿੱਚ ਜਾ ਵਸਿਆ ਅਤੇ ਉਹਦੇ ਪਿਓ ਦੇ ਮਰਨ ਪਿੱਛੋਂ ਪਰਮੇਸ਼ਵਰ ਨੇ ਉਹਨੂੰ ਉੱਥੇ ਲਿਆ ਕੇ ਇਸ ਦੇਸ਼ ਵਿੱਚ, ਜਿੱਥੇ ਤੁਸੀਂ ਰਹਿੰਦੇ ਹੋ, ਵਸਾਇਆ ਅਤੇ ਇਹਦੇ ਵਿੱਚ ਕੁਝ ਅਧਿਕਾਰ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ। ਪਰ ਉਸਨੇ ਕਰਾਰ ਕੀਤਾ, ਜੋ ਇਹ ਧਰਤੀ ਮੈਂ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ਼ ਨੂੰ ਦਿਆਂਗਾ, ਭਾਵੇਂ ਉਹਦਾ ਬਾਲਕ ਅਜੇ ਹੈ ਨਹੀਂ ਸੀ। ਪਰਮੇਸ਼ਵਰ ਨੇ ਉਵੇਂ ਆਖਿਆ, ਭਈ ਤੇਰੀ ਅੰਸ਼ ਪ੍ਰਦੇਸ਼ ਜਾ ਰਹੇਗੀ ਅਤੇ ਉਹ ਉਸ ਨੂੰ ਗੁਲਾਮ ਬਣਾ ਕੇ ਰੱਖਣਗੇ ਔਰ 400 ਵਰ੍ਹਿਆਂ ਤੱਕ ਦੁੱਖ ਦੇਣਗੇ। ਫਿਰ ਪਰਮੇਸ਼ਵਰ ਨੇ ਆਖਿਆ, ਮੈਂ ਉਸ ਕੌਮ ਉੱਤੇ ਜਿਹਦੇ ਉਹ ਗੁਲਾਮ ਹੋਣਗੇ ਡੰਨ ਲਾਵਾਂਗਾ ਔਰ ਉਹਦੇ ਪਿੱਛੋਂ ਉਹ ਨਿਕਲ ਆਉਣਗੇ ਅਤੇ ਇਸ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ। ਉਸ ਨੇ ਉਹਦੇ ਨਾਲ ਸੁੰਨਤ ਦਾ ਨੇਮ ਕੀਤਾ। ਇਸ ਤਰ੍ਹਾਂ ਉਹਦੇ ਇਸਹਾਕ ਜੰਮਿਆ ਅਤੇ ਉਹਨੇ 8ਵੇਂ ਦਿਨ ਉਹਦੀ ਸੁੰਨਤ ਕੀਤੀ ਅਤੇ ਇਸਹਾਕ ਦੇ ਯਕੂਬ ਔਰ ਯਕੂਬ ਦੇ 12 ਗੋਤਰਾਂ ਦੇ ਸਰਦਾਰ ਜੰਮੇ। ਆਓ ਅੱਖਾਂ ਬੰਦ ਕਰਦੇ ਹਾਂ। ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣ ਤੇ ਸਾਨੂੰ ਸਭ ਨੂੰ ਆਸ਼ੀਸ਼ ਮਿਲੇ। ਆਓ ਇੱਕ ਛੋਟੀ ਦੁਆ ਕਰਦੇ ਹਾਂ। ਸਾਡੇ ਪਿਆਰੇ ਪਰਮੇਸ਼ਵਰ, ਮੁਕਤੀਦਾਤੇ ਪ੍ਰਭੂ ਯਿਸੂ ਮਸੀਹ ਨਾਸਰੀ, ਤੇਰਾ ਧੰਨਵਾਦ, ਤੇਰਾ ਸ਼ੁਕਰ ਹੋਵੇ ਅੱਜ ਐਤਵਾਰ ਦੀ ਸਵੇਰ ਜੋ ਤੇਰੇ ਜੀ ਉੱਠਣ ਦੀ ਯਾਦ ਦਿਵਾਉਂਦੀ ਹੈ। ਤੇਰਾ ਧੰਨਵਾਦ ਹੋਵੇ, ਤੂੰ ਜਿਉਂਦਾ ਔਰ ਸਦਾ ਮੌਜੂਦ ਪਰਮੇਸ਼ਵਰ ਹੈ। ਤੇਰਾ ਧੰਨਵਾਦ, ਤੇਰੇ ਨਾਮ ਦੀ ਵਡਿਆਈ ਹੋਵੇ। ਤੂੰ ਕੱਲ, ਅੱਜ ਤੇ ਯੁਗੋ ਯੁਗ ਇੱਕੋ ਜਿਹਾ ਹੈ। ਤੇਰਾ ਸ਼ੁਕਰ ਹੋਵੇ, ਤੇਰਾ ਧੰਨਵਾਦ ਹੋਵੇ ਪਿਆਰੇ ਪ੍ਰਭੂ। ਤੇਰੇ ਨਾਮ ਦੀ ਵਡਿਆਈ ਹੋਵੇ ਪਿਆਰੇ ਪ੍ਰਭੂ। ਤੇਰਾ ਧੰਨਵਾਦ, ਜੋ ਤੇਰੀ ਦੇਹ ਉੱਥੇ ਕਬਰ ਵਿੱਚ ਰੱਖੀ ਹੋਈ ਸੀ ਤਾਂ ਤੇਰਾ ਪ੍ਰਾਣ ਪਿਆਰੇ ਪ੍ਰਭੂ ਉਸ ਪਤਾਲ ਦੇ ਵਿੱਚ ਉਤਰਿਆ ਸੀ। ਤੇਰਾ ਵਚਨ ਦੱਸਦਾ ਆ ਤਾਂ ਕਿ ਉਹ ਰੂਹਾਂ ਜਿਹੜੀਆਂ ਕੈਦ ਵਿੱਚ ਹਨ ਉਹਨਾਂ ਨੂੰ ਗਵਾਹੀ ਭਰੀ ਜਾ ਸਕੇ ਔਰ ਜਿਹੜੀਆਂ ਚਾਨਣ ਵਿੱਚ ਸਨ ਉਹਨਾਂ ਨੂੰ ਉੱਪਰ ਲਿਆਇਆ ਜਾ ਸਕੇ। ਤੇਰਾ ਧੰਨਵਾਦ ਪਿਆਰੇ ਪ੍ਰਭੂ, ਤੂੰ ਸਦਾ ਹੀ ਜਿਉਂਦਾ ਪਰਮੇਸ਼ਵਰ ਹੈ। ਤੇਰਾ ਧੰਨਵਾਦ, ਤੇਰੀ ਵਡਿਆਈ ਹੋਵੇ ਪ੍ਰਭੂ। ਤੇਰੇ ਨਾਮ ਦੀ ਜੈ ਜੈਕਾਰ, ਤੇਰੇ ਨਾਮ ਦੀ ਤਾਰੀਫ ਹੋਵੇ ਪ੍ਰਭੂ। ਤੇਰਾ ਧੰਨਵਾਦ ਹੋਵੇ ਪ੍ਰਭੂ ਯਿਸੂ ਮਸੀਹਾ, ਅੱਜ ਤੂੰ ਸਾਨੂੰ ਐਤਵਾਰ ਦੇ ਦਿਨ, ਆਪਣੇ ਜੀ ਉੱਠਣ ਦੇ ਦਿਨ ਸਾਨੂੰ ਇਕੱਠਿਆ ਕੀਤਾ। ਤੇਰਾ ਧੰਨਵਾਦ ਹੋਵੇ ਪ੍ਰਭੂ। ਤੇਰੀ ਵਡਿਆਈ, ਤੇਰੀ ਤਾਰੀਫ ਹੋਵੇ ਪ੍ਰਭੂ ਯਿਸੂ ਮਸੀਹਾ। ਗਾਏ ਗਏ ਗੀਤਾਂ ਨੂੰ ਬਰਕਤ ਦੇ ਪ੍ਰਭੂ, ਔਰ ਜੋ ਸਾਜ਼ ਬਜਾਏ ਗਏ ਹਨ ਪ੍ਰਭੂ ਉਹਨਾਂ ਨੂੰ ਬਰਕਤ ਦੇ। ਔਰ ਪਿਆਰੇ ਪ੍ਰਭੂ ਯਿਸੂ ਮਸੀਹਾ, ਮੇਰੀ ਪ੍ਰਾਰਥਨਾ ਆ, ਤੂੰ ਭੈਣਾਂ ਭਰਾਵਾਂ ਨੂੰ ਜਿੱਦਾਂ ਆਪਣੇ ਕਲਾਮ 'ਚ ਕਿਹਾ ਆ, ਜੇ ਤੂੰ ਆਪਣਾ ਮੂੰਹ ਖੋਲੇ ਤਾਂ ਮੈਂ ਬਰਕਤ ਨਾਲ ਭਰ ਦੇਵਾਂਗਾ। ਤੂੰ ਹਰ ਇੱਕ ਨੂੰ ਬਰਕਤ ਦੇ ਪ੍ਰਭੂ। ਤੇਰਾ ਸ਼ੁਕਰ ਹੋਵੇ, ਤੇਰਾ ਧੰਨਵਾਦ ਹੋਵੇ। ਜਿੱਥੇ ਜਿੱਥੇ ਵੀ ਅੱਜ ਤੇਰੀ ਦੇਹ ਕਲੀਸਿਆ ਦੇ ਲੋਕ ਇਕੱਠੇ ਹਨ, ਤੇਰੇ ਸੇਵਕ ਹਨ ਪ੍ਰਭੂ, ਮੇਰੀ ਪ੍ਰਾਰਥਨਾ ਸਭ ਦੇ ਉੱਤੇ ਤੇਰੀ ਬਰਕਤ ਹੋਵੇ। ਤੇਰਾ ਸ਼ੁਕਰ ਹੋਵੇ, ਜੋ ਕਲਾਮ ਦਾ ਹਿੱਸਾ ਪੜ੍ਹਿਆ ਗਿਆ ਆ ਪ੍ਰਭੂ ਅੱਜ ਉਹਦੇ ਉੱਤੇ ਸਾਨੂੰ ਬਰਕਤ ਦੇ। ਤੇਰਾ ਧੰਨਵਾਦ ਹੋਵੇ। ਜਦੋਂ ਅਸੀਂ ਪਵਿੱਤਰ ਆਤਮਾ ਦੇ ਵਿਸ਼ੇ ਤੇ ਸਿੱਖ ਰਹੇ ਹਾਂ ਤਾਂ ਪ੍ਰਭੂ ਹੋਣ ਦੇ ਅਸੀਂ ਉਹਨੂੰ ਸਿੱਖ ਸਕੀਏ ਔਰ ਪਿਆਰੇ ਪ੍ਰਭੂ ਯਿਸੂ ਮਸੀਹਾ ਅਸੀਂ ਉਸ ਪਵਿੱਤਰ ਆਤਮਾ ਨੂੰ ਪਾ ਸਕੀਏ ਪ੍ਰਭੂ, ਔਰ ਜਿਉਂਦੇ ਜੀ ਪਵਿੱਤਰ ਆਤਮਾ ਨਾਲ ਮੋਹਰਬੰਦ ਹੋ ਸਕੀਏ। ਤੇਰਾ ਸ਼ੁਕਰ ਹੋਵੇ, ਤੇਰਾ ਧੰਨਵਾਦ ਹੋਵੇ। ਤੇਰੀ ਵਡਿਆਈ, ਤੇਰੀ ਤਾਰੀਫ ਹੋਵੇ। ਆਪਣੇ ਲੋਕਾਂ ਨੂੰ ਬਹੁਤ ਸਾਰੀ ਬਰਕਤ ਦੇ, ਆਪਣੇ ਸੇਵਕ ਨੂੰ ਬਰਕਤ ਦੇ, ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ। ਕਿ ਅਸੀਂ ਸਾਰੇ ਆਮੀਨ ਕਹਿ ਸਕਦੇ ਹਾਂ। ਪ੍ਰਭੂ ਦੀ ਤਾਰੀਫ ਹੋਵੇ। ਆਓ ਇੱਕ ਗੀਤ ਪ੍ਰਭੂ ਦੀ ਵਡਿਆਈ ਲਈ ਗਾਉਂਦੇ ਹਾਂ।
आमीन, हालेलुया। खुदावंद नू डीकदी रहे आराम नाल मेरी जान, खुदावंद नू डीकदी रहे आराम नाल मेरी जान, कि उस तो मेरी है उम्मीद, मेरी है चट्टान, कि उस तो मेरी है नज़ार, तो मेरी है चट्टान। सब गाइए, खुदावंद नू उडीकदी रहे आराम नाल मेरी जान, ओ मेरी जान दा कीला है, ओ मेरी, सब गाइए, ओ मेरी जान दा कीला है, नजात पानागा, नजात पानागा, नजात पानागा, नजात पानागा, सो मैंने अपनी जगह तो ना कभी टलांगा। सब गाइए, सब गाइए, टलांगा खुदावंद, सब गाइए, सब उड़ीके प्रभु नाल मेरी जान, सब गाइए, खुदावंद नू डीकदी रहे मेरी जान, खुदा तो मेरी है नज़ार, खुदा तो मेरी है उस तो मेरी शान, 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 खुदावंद मेरी पना है जो मेरे दी चट्टान, खुदावंद मेरी पना है जो मेरे दी चट्टान, खुदावंद नू उड़ी, सब गाइए, आराम नाल मेरी जान, सब गाइए, खुदावंद नू डीकदी रहे आसो दे उत्ते रखो सब, आसो दे उत्ते रखो सब, आए उम्मत सदा, ऐ उम्मत सदा, ऐ उम्मत सदा, ऐ उम्मत सदा, चुकाओ दे अगे सरगियो है खुदा, चुकाओ दे अगे सरगियो है खुदा, खुदावंद नू डीकदी रहे आराम नाल मेरी जान, खुदावंद नू डीकदी रहे आराम नाल मेरी जान, कि उस तो मेरी है नज़ार, ओ मेरी है चट्टान।
चट्टान की उस तो मेरी है नज़ार तो इदा गाना इस गीत ਨੂੰ ਜਿਵੇਂ ਤੁਸੀਂ ਤੁਹਾਡੇ ਅੰਦਰ ਕੋਈ ਹੈਗਾ ਆ ਤੁਸੀਂ ਉਹਨੂੰ ਕਹਿ ਰਹੇ ਆ ਆਮੀਨ ਤੁਹਾਡੇ ਅੰਦਰ ਤੁਹਾਡੇ ਪ੍ਰਾਣ ਆ ਤੁਹਾਡੀ ਜਾਨ ਆ ਤੁਸੀਂ ਆਪਣੀ ਜਾਨ ਨੂੰ ਕਹਿ ਰਹੇ ਕਿ ਮੇਰੀ ਜਾਨ ਪ੍ਰਭੂ ਨੂੰ ਉਡੀਕਦੀ ਰਹੇ आओ ਅੱਖਾਂ ਬੰਦ ਕਰਕੇ ਹੱਥ ਚੱਕ ਕੇ ਗਾਵਾਂਗੇ खुदावंद नू उड़ीकदी है आराम नाल मेरी जान खुदावंद नू उड़ीकदी है आराम नाल मेरी जान कि उस तो मेरी है नज़ार तो मेरी है चट्टान की उस तो मेरी है नज़ार तो मेरी है चट्टान खुदावंद नू उड़ीकदी है आराम नाल मेरी जान खुदावंद नू उड़ीकदी है आराम नाल मेरी जान आराम नाल मेरी जान आराम नाल मेरी जान हालेलुया ऐसा बैठ सकती है प्रभु तुहानू सारिਆਂ ਨੂੰ बहुत सारी बरकत देवे प्रभु का धन्यवाद होवे प्रभु ने पिछले सारे दिनों में साड़ी मदद की सहायता की और इस वधिया मौसम के लिए भी जो परमेश्वर ने सानू दिता आ असीं उहदे बहुत धन्नवादी हाँ हालेलुया सो प्रभु के नाम की तारीफ होवे उहदे नाम की वडियाई होवे और प्रभु के घर में आना उहदे लई गाउणा बजाउणा उहदे लई ललकारना उहदे लई नारे मारनी ये बड़ी मुबारक गल है हालेलुया लोग अजकल आपो अपनी सियासी पार्टियां के नारे मार रहे हैं कोई कांग्रेस जिंदाबाद कह रहा कोई अकाली जिंदाबाद कह रहा कोई झाड़ू चलेगा जिंदाबाद कह रहा कुछ कह रहा है पर साडी रचना इसलिए हुई आ ताकि असीं हमेशा अपने प्रभु दे लई जय जयकार करिए हालेलुया और मैं नोट डाउन करदा ना जो गीत चलते जो गीत नहीं आता तो विचों बहुते हालेलुया आमीन नहीं करते तो सानू चाहिए जो गीत नहीं आता या आता आ सानू दूजियां दी दिलेरी दे लई सानू विच हालेलुया आमीन करते रहना चाहिए है जो तुसी कोई वधिया शब्द सुनते हो प्रभु की वडियाई दे मान लो अनु गा रही सी कोई शब्द सुनते हो और कुछ गल आ रही कोई अपने लहू ना मैनू छुड़ाया है तो जे सचमुच तुम छुड़ाए गए हो तो तुम एकदम कहोगे हालेलुया प्रभु की वडियाई प्रभु की तारीफ होगी मैं पर देखता इदा कोई नहीं करता तो यह मतलब है कि तुम इदा फार्मैलिटी के तौर पर नहीं बहना बल्कि पूरी होश आवाज के नाल प्रभु की वडियाई करनी है आमीन हालेलुया मैं मीटिंग चलाने वाले भाई अगे भी करांगा जिन्ने बंदे मीटिंग चलाने वाले आउंदे साडे भाई वो गीत का टाइम दे देंगे कि गीत आओ गाएगा पर मगरों किसी को कोई दलेर नहीं करती कोई वो भी हालेलुया आमीन या सारे गाओ मिल के गाओ इदा के उत्साह की कोई गल नहीं करती बस वो अपनी ताड़ी ते ताड़ी मारी जाते कोई गाँदा नहीं गाँदा उन्होंने कोई मतलब नहीं होंदा जब इन्हों की ट्रेनिंग लावांगे मीटिंग चलाने वालों की भी मीटिंग चलाने वाले ने किद्दां मीटिंग चलानी होंदी है मीटिंग चलाने वाले दूजियां नूं उत्साहित करना होंदा ताकि सारे मिल के प्रभु की वडियाई करन हालेलुया जिदा कोई काम कर रहा उन्होंने उत्साह देना सारे गाओ मिल के गाओ तारीफ हालेलुया ताकि सारे वडियाई करन पर मैं इत्थे कई भाई देखे बड़ा बड़ा चेर होगा मीटिंगां चलाउंदे वो जो गीत शुरू कर लैणगे अखां बंद करके आप ताड़ी मारी जाणगे और दूजियां वल ना देखणगे ना किसी नूं उत्साह करनगे ना कोई तारीफ कराउणगे बस इदां ही काम चली जा रहा है सो प्रभु कृपा देवे मीटिंग चलाने वाले भाई भी थोड़ा सीखण ट्रेड होण ये जानन कि असीं किद्दां मीटिंग चलाउणी है
ਕਿੱਦਾਂ ਅਸੀਂ ਚਰਚ ਵਿੱਚ ਪੂਰਾ ਆਤਮਿਕ ਸ਼ੋਰ ਸ਼ਰਾਬਾ ਕਰਨਾ ਆ। ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ, ਉਹਦੇ ਨਾਮ ਦੀ ਤਾਰੀਫ ਹੋਵੇ। ਅੱਜ ਤਾਂ ਅਸੀਂ ਉਡੀਕਦੇ ਹੀ ਰਹੇ 11:15 ਵਜੇ ਤੱਕ ਮੀਟਿੰਗ ਚਲਾਉਣ ਵਾਲਿਆਂ ਨੂੰ, ਔਰ ਕੋਈ ਵੀ ਨਹੀਂ ਆਇਆ। ਤੋ ਇਸ ਤਰ੍ਹਾਂ ਦੀਆਂ ਆਪਾਂ ਇੱਦਾਂ ਨਾ ਕਰਿਆ ਕਰੀਏ। ਸਾਨੂੰ ਜ਼ਰੂਰ ਦੱਸਿਆ ਜਾਵੇ ਕਿ ਮੈਂ ਅੱਜ ਨਹੀਂ ਆ ਰਿਹਾ ਜਾਂ ਮੈਂ ਅੱਜ ਆ ਰਿਹਾ ਹਾਂ, ਅੱਜ ਕੌਣ ਮੀਟਿੰਗ ਚਲਾਏਗਾ। ਤੇ ਇਹਦੇ ਪ੍ਰਤੀ ਮੀਟਿੰਗ ਚਲਾਉਣ ਵਾਲੇ ਭਾਈ ਜ਼ਰੂਰ ਜ਼ਿੰਮੇਵਾਰ ਬਣਨ। ਸੋ ਪ੍ਰਭੂ ਤੁਹਾਨੂੰ ਬਰਕਤ ਦੇਵੇ, ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। ਔਰ ਇਹ ਐਤਵਾਰ ਜਨਵਰੀ ਦਾ ਲਾਸਟ ਐਤਵਾਰ ਆ। ਫਰਵਰੀ ਦੇ ਵਿੱਚ ਆਪਾਂ ਪ੍ਰਭੂ ਭੋਜ ਦੀ ਮੀਟਿੰਗ ਕਰਾਂਗੇ। ਸੋ ਪ੍ਰਭੂ ਸਾਨੂੰ ਕਿਰਪਾ ਦੇਵੇ। ਪ੍ਰਭੂ ਨੇ ਵਧੀਆ ਦਿਨ ਦਿੱਤੇ ਹਨ, ਇਹਦੇ ਲਈ ਪ੍ਰਭੂ ਦਾ ਧੰਨਵਾਦ ਹੋਵੇ, ਪ੍ਰਭੂ ਦੀ ਤਾਰੀਫ ਹੋਵੇ। ਕਿ ਤੁਸੀਂ ਸਾਰੇ ਖੁਸ਼ ਹੋ? ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ। ਜਦੋਂ ਕੋਈ ਗੀਤ ਗਾਉਣ ਵਾਲਾ ਆਉਂਦਾ, ਉਹਦੇ ਵੀ ਉਤਸ਼ਾਹ ਲਈ ਤਾੜੀਆਂ ਵਜਾਇਆ ਕਰੋ। ਉਹ ਜਦੋਂ ਕੋਈ ਵਰਡ ਬੋਲਦਾ ਆ, ਪਹਿਲੀ ਲਾਈਨ ਬੋਲਦਾ ਆ, ਉਦੋਂ ਹੀ ਹਾਲੇਲੂਇਆ ਆਮੀਨ ਕਰਿਆ ਕਰੋ, ਤਾਂ ਕਿ ਗਾਉਣ ਵਾਲਾ ਵੀ ਪੂਰਾ ਉਤਸ਼ਾਹ ਨਾਲ ਭਰ ਜਾਵੇ। ਮੈਂ ਦੇਖ ਰਿਹਾ ਭਾਈ ਹਰੂਨ ਨੇ ਗੀਤ ਵੀ ਉਹ ਥੋੜਾ ਗਾਇਆ ਕਿ ਯਿਸੂ ਤੇਰੀ ਆਰਾਧਨਾ। ਇੱਕ ਹੋਰ ਗੀਤ ਸੀਗਾ, ਆਹੋ, ਤੇਰੇ ਲਹੂ ਨੇ ਮੇਰੇ ਪਾਪ ਧੁਲ ਗਏ, ਮੈਂ ਤਾਂ ਹੋ ਗਈ ਦੀਵਾਨੀ ਯਿਸੂ ਤੇਰੀ। ਕਿਸੇ ਨੇ ਵੀ ਹਾਲੇਲੂਇਆ ਨਹੀਂ ਕੀਤੀ। ਮੈਂ ਕਿਹਾ ਲੱਗਦੇ ਨੇ ਪਾਪ ਭਰੇ ਉਵੇਂ ਹੀ ਖੜੇ ਆ। ਤੁਸੀਂ ਹਾਲੇਲੂਇਆ ਆਮੀਨ ਤਾਂ ਕਹੋ। ਆਮੀਨ। ਪ੍ਰਭੂ ਤੇਰਾ ਧੰਨਵਾਦ ਕਿ ਵਾਕਿਆ ਹੀ ਤੇਰੇ ਲਹੂ ਦੇ ਨਾਲ ਮੇਰੇ ਪਾਪ ਧੁਲ ਗਏ ਆ। ਇਦਾਂ ਦੇ ਉਤਸ਼ਾਹ ਨਾਲ ਮੀਟਿੰਗ ਚ ਆਓ, ਤਾਂ ਕਿ ਪਤਾ ਲੱਗੇ ਕਿ ਤੁਸੀਂ ਵਾਕਿਆ ਹੀ ਦਿਲ ਤੋਂ ਪ੍ਰਭੂ ਦੀ ਵਡਿਆਈ ਕਰਨ ਲਈ ਆਏ ਆ। ਹਾਲੇਲੂਇਆ। ਤੋਤਿਆਂ ਵਾਂਗੂ ਨਹੀਂ ਕਰਨਾ ਕਿ ਜਦੋਂ ਹਾਲੇਲੂਇਆ ਬੋਲਿਆ ਉਦੋਂ ਹੀ ਹਾਲੇਲੂਇਆ ਬੋਲਣਾ ਆ। ਜਦੋਂ ਤੁਹਾਨੂੰ ਪ੍ਰੇਰਨਾ ਮਿਲੇ, ਜਦੋਂ ਤੁਹਾਡੇ ਮਨ ਨਾਲ ਗੱਲ ਹੋਵੇ, ਉਦੋਂ ਤੁਸੀਂ ਆਮੀਨ ਹਾਲੇਲੂਇਆ ਕਹਿ ਸਕਦੇ ਹੋ। ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ। ਆਮੀਨ। ਸੋ ਪ੍ਰਭੂ ਦਾ ਬਹੁਤ ਧੰਨਵਾਦ ਹੋਵੇ। ਅੱਜ ਅਸੀਂ ਉਸੇ ਵਿਸ਼ੇ ਤੇ ਗੱਲ ਕਰਾਂਗੇ ਜਿਹਦੇ ਤੇ ਅਸੀਂ ਲਗਾਤਾਰ ਪ੍ਰਚਾਰ ਕਰ ਰਹੇ ਹਾਂ। ਪਵਿੱਤਰ ਆਤਮਾ ਕੀ ਹੈ? ਆਮੀਨ, ਹਾਲੇਲੂਇਆ। ਪਵਿੱਤਰ ਆਤਮਾ ਕੀ ਹੈ? ਅੱਜ ਅਸੀਂ ਇਸੇ ਵਿਸ਼ੇ ਉੱਤੇ ਫਿਰ ਅੱਗੇ ਗੱਲ ਜਾਰੀ ਰੱਖਾਂਗੇ। ਔਰ ਇਹ ਸੰਦੇਸ਼ ਸਾਡੇ ਯੁੱਗ ਦੇ ਨਬੀ ਨੇ 12ਵੇਂ ਮਹੀਨੇ ਦੀ 16 ਤਰੀਕ ਨੂੰ ਪ੍ਰਚਾਰ ਕੀਤਾ, ਸਨ 1959 ਵਿੱਚ। ਪਵਿੱਤਰ ਆਤਮਾ ਕੀ ਹੈ? ਔਰ ਇਹਦੇ ਤੇ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ। ਪਵਿੱਤਰ ਆਤਮਾ, ਆਮੀਨ, ਇੱਕ ਚਿੰਨ੍ਹ ਹੈ। ਹਾਲੇਲੂਇਆ। ਪਵਿੱਤਰ ਆਤਮਾ ਇੱਕ ਚਿੰਨ੍ਹ ਹੈ, ਔਰ ਅਸੀਂ ਇਹਦੇ ਉੱਤੇ ਗੱਲ ਕੀਤੀ। ਇੱਕ ਚਿੰਨ੍ਹ ਸੀ ਜੋ ਅਬਰਾਹਮ ਨੂੰ ਉਹਦੇ ਜਿਸਮ ਉੱਤੇ ਦਿੱਤਾ ਗਿਆ, ਔਰ ਇਹ ਚਿੰਨ੍ਹ ਜਿਹੜਾ ਉਹਨੂੰ ਦੂਜਿਆਂ ਤੋਂ ਅਲੱਗ ਬਣਾਉਂਦਾ ਸੀ। ਆਮੀਨ। ਜਿਹੜਾ ਉਹਨੂੰ ਆਮ ਲੋਕਾਂ ਤੋਂ ਅਲੱਗ ਕਰਦਾ ਸੀ, ਆਮ ਕੌਮਾਂ ਤੋਂ ਅਲੱਗ ਕਰਦਾ ਸੀ। ਉਹਦੀ ਦੇਹ ਦੇ ਉੱਤੇ ਪਰਮੇਸ਼ਵਰ ਦਾ ਇੱਕ ਚਿੰਨ੍ਹ ਸੀ। ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। ਔਰ ਇਹ ਚਿੰਨ੍ਹ ਕੀ ਹੈ ਜੋ ਅੱਜ ਸਾਡੇ ਲਈ ਹੈ? ਇਹ ਚਿੰਨ੍ਹ ਹੈ ਇੱਕ ਡਿਫਰੈਂਟ ਲਾਈਫ, ਇੱਕ ਅਲੱਗ ਜੀਵਨ। ਆਮੀਨ। ਇੱਕ ਅਲੱਗ ਜੀਵਨ ਜੋ ਸਾਨੂੰ ਸੰਸਾਰ ਦੇ ਲੋਕਾਂ ਤੋਂ ਅਲੱਗ ਬਣਾਉਂਦਾ ਹੈ। ਅਲੱਗ ਵਿਚਾਰ, ਅਲੱਗ ਸੋਚ। ਆਮੀਨ, ਹਾਲੇਲੂਇਆ। ਅਲੱਗ ਜੀਵਨ ਜੀਣ ਦਾ ਨਜ਼ਰੀਆ। ਹਾਲੇਲੂਇਆ। ਅਲੱਗ ਪਹਿਨਣ ਦਾ ਨਜ਼ਰੀਆ, ਅਲੱਗ ਦਿਖਣ ਦਾ ਨਜ਼ਰੀਆ। ਆਮੀਨ। ਅਲੱਗ ਮੀਨਸ ਸੰਸਾਰ ਤੋਂ ਅਲੱਗ, ਪਰ ਵਚਨ ਦੇ ਨਾਲ ਇੱਕ। ਹਾਲੇਲੂਇਆ। ਇਹ ਹੈ ਜੋ ਸਾਨੂੰ ਅਲੱਗ ਬਣਾਉਂਦਾ ਆ। ਪਵਿੱਤਰ ਆਤਮਾ ਨਿਸ਼ਾਨ, ਚਿੰਨ੍ਹ। ਫਿਰ ਦੂਜਾ ਅਸੀਂ ਦੇਖਿਆ ਪਵਿੱਤਰ ਆਤਮਾ ਮੋਹਰ ਆ, ਸੀਲ। ਮੋਹਰ ਦਾ ਮਤਲਬ ਆ ਇਹ ਸਾਨੂੰ ਸੁਰੱਖਿਅਤ ਕਰਦਾ ਆ। ਹਾਲੇਲੂਇਆ। ਨਬੀ ਦੱਸਿਆ ਜਦੋਂ ਇੱਕ ਲਿਫਾਫੇ ਉੱਤੇ, ਟਿਕਟ ਦੇ ਲਿਫਾਫੇ ਉੱਤੇ ਮੋਹਰ ਲੱਗ ਜਾਂਦੀ, ਜਾਂ ਰੇਲ ਗੱਡੀ ਦੇ ਬਾਕਸ ਉੱਪਰ ਮੋਹਰ ਲੱਗ ਜਾਂਦੀ, ਤਾਂ ਫਿਰ ਕੋਈ ਵੀ ਉਹਨੂੰ ਖੋਲ ਨਹੀਂ ਸਕਦਾ ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਉਹ ਚੀਜ਼ ਆਪਣੇ ਸੁਰੱਖਿਅਤ ਸਥਾਨ ਉੱਤੇ ਨਹੀਂ ਪਹੁੰਚ ਜਾਂਦੀ। ਇਹ ਪਵਿੱਤਰ ਆਤਮਾ ਕੀ ਆ? ਨਬੀ ਨੇ ਦੱਸਿਆ ਪਵਿੱਤਰ ਆਤਮਾ ਇੱਕ ਮੋਹਰ ਹੈ। ਤੀਸਰੀ ਗੱਲ ਜੋ ਸਿੱਖੀ ਸੀਗੀ, ਇਟ ਇਜ਼ ਕ੍ਰਾਈਸਟ ਇਨ ਅਸ। ਇਹ ਮਸੀਹ ਸਾਡੇ ਅੰਦਰ ਹੈ। ਹਾਲੇਲੂਇਆ। ਜਦੋਂ ਉਹ ਇੱਕ ਚਿੰਨ੍ਹ ਹੈ ਤਾਂ ਚਿੰਨ੍ਹ ਦਾ ਮਤਲਬ ਉਹ ਇੱਕ ਅਲੱਗ ਜੀਵਨ ਹੈ। ਆਮੀਨ। ਜਦੋਂ ਉਹ ਮੋਹਰ ਹੈ ਤਾਂ ਮੋਹਰ ਦਾ ਮਤਲਬ ਉਹ ਸਾਡੀ ਸੁਰੱਖਿਆ ਹੈ। ਹਾਲੇਲੂਇਆ। ਜਿੱਦਾਂ ਅਫਸੀਆਂ ਦੀ ਕਿਤਾਬ ਵਿੱਚ ਆਪਾਂ ਪੜ੍ਹਿਆ ਆ ਕਿ ਜਦੋਂ ਅਸੀਂ ਉਹਦੇ ਸੱਚਾਈ ਦੇ ਵਚਨ ਨੂੰ ਸੁਣਿਆ ਤਾਂ ਵਾਅਦੇ ਦੇ ਅਨੁਸਾਰ ਅਸੀਂ ਪਵਿੱਤਰ ਆਤਮਾ ਦੀ ਮੋਹਰ ਵੀ ਪਾਈ।
और 4 अध्याय में लिखिया, तुसी उस पुत्र आत्मा नूं जिहदे द्वारा तुहाडे उत्ते छुटकारे दे दिन तक लई मोहर लगी, तुसी शोकित ना करो। मोहर की आ? एक सुरक्षा है। आमीन। जिहड़ी जदों परमेश्वर किसी ते मोहर ला दिंदा आ तां फिर वो व्यक्ति सुरक्षित हो जाता अपनी उस अंतिम मंजिल तक दे लई। हालेलुया। और तीसरी गल आप पढ़ी सीखी सीगी, इट इज क्राइस्ट इन अस। ये मसीह आ जो साडे अंदर आ। हालेलुया। ये मसीह आ साडे अंदर। उन्हें क्या सी, हुण मैं तुहाडे नाल आ, फिर मैं तुहाडे अंदर होवांगा। यूहन्ना दी अंजील 14 अध्याय। उन्हें कहा, संसार मैनू फिर नहीं वेखेगा पर तुसी मैनू वेखोगे। हालेलुया। नबी कहता कादे लई साडे अंदर, ताकि उन्हां ही कमां नूं कर सके जिहड़े काम उन्हें धरती उत्ते रहिंदियां कीते सन। हालेलुया। और पिछले एतवार असीं देखिया, इट इज एडवोकेट, ओ साडा वकील है। हालेलुया। ये 4 चीज़ां हैं जो असीं सीख चुके हैं। वो चिन्ह है, वो मोहर है, मसीह साडे अंदर है। हालेलुया। अते वो एडवोकेट है। हालेलुया। असीं इत्थे गल कर रहे सी कि वो साडा वकील है। आमीन। और असीं पिछले एतवार देखिया, नबी कहंदा जदों असीं इस हनेरे पर इस संसार च रहिंदे आ और बच्चों की तरह असीं चलदे आ जदों, और सारे पासे हनेरा आ और सारे पासे गंदगी फैली हुई है, तो जदों असीं चलदे आ तो फिर साडे तो अनजाने विच गलतियां हो जांदियां हन। जदों अनजाने विच गलतियां होंदियां हन तो साडे कोले एक है जो साडे लई सिफारिश करदा है। हालेलुया। और वो कौन है जो साडे लई इंटरसेशन, साडे लई विचोलगी करदा है? वो साडा पवित्र आत्मा, साडा वकील है। हालेलुया। जदों असीं नबी दसदा पिछले एतवार देखिया, जदों असीं चलदे हां संसार विच और कई चीज़ां ते असीं लड़खड़ा जाने हां, जदों असीं लड़खड़ा जाने हां तो फिर वो पवित्र आत्मा साडी हिरदे विच आउंदा है और वो सानू सच्ची तौबा ते लैके आउंदा है, वो सानू सच्चे पश्चाताप ते लैके आउंदा है, वो सच्चे इकरार ते लैके आउंदा है। ते ये काम असीं अपने आप तो नहीं करते, ये काम साडे अंदर वो एडवोकेट भाव वो पवित्र आत्मा ही करदा है। हालेलुया। प्रभु दे नाम दी वडियाई, ओहदे नाम दी तारीफ हो। 4 नंबर पैरे भाई ब्राह्मण कहते, ये सील एक मोहर है, ये साइन एक चिन्ह है। स्पिरिट ऑफ लाइफ, गॉड ऑफ हेवन, ये जीवन दा आत्मा है, ये स्वर्ग दा परमेश्वर है। कंफर्टर, ये दिलासा देने वाला है। आमीन। द एडवोकेट, और ये एडवोकेट है, ये साडा वकील है। आमीन। हालेलुया। प्रभु दे नाम दी वडियाई हो। वो साडा वकील है। They had a seal in their flesh as a token and a sign, believing it was coming, and they walked by the shadow of the law. They were circumcised by the flesh. पुराने नियम विच असीं देखिया कि यह पवित्र आत्मा एक चिन्ह सी जो उन्हां दी शरीर दे उपर सी, और यह चिन्ह जो उन्हां दी शरीर दे उपर सी एक परछावे की तरह सी जिन्हों सुन्नत कहा जाता, जो एक सच्चे आने वाले सच्चे चिन्ह का प्रगटावा सी। आमीन। हालेलुया। एक आने वाले सच्चे चिन्ह का प्रगटावा सी। पर नबी कहंदा, टुडे वी डू नॉट वॉक बाय द शैडो ऑफ लॉ। आज असीं शरह विच नहीं चलदी, वी वॉक बाय द पावर ऑफ रिजरेक्शन। असीं उठाए जान दी समर्था विच चलदी है। We walk by the power of spirit, असी आत्मा दी शक्ति में चलदी हां। Who is our true seal, जो साडी सच्ची मोहर है। Our true advocate, जो साडा सच्चा वकील है। Our true comforter, जो साडा सच्चा दिलासा देने वाला है। Our true sign, साडा सच्चा चिन्ह है।
that we have been born from above। ਇਹ ਚਿੰਨ੍ਹ ਹੈ ਕਿ ਅਸੀਂ ਉੱਪਰ ਸਵਰਗ ਤੋਂ ਪੈਦਾ ਹੋਏ ਹਾਂ। peculiar ਖਾਸ ਹਾਂ, odd people ਸੰਸਾਰ ਲਈ ਅਜੀਬ ਲੋਕ ਹਾਂ। amen, ਹਾਲੇਲੂਇਆ। ਅਸੀਂ ਭਾਵੇਂ ਸੰਸਾਰ ਲਈ ਅਜੀਬ ਲੋਕ ਹਾਂ, ਸੰਸਾਰ ਲਈ ਆਮ ਲੋਕ ਹਾਂ। amen, ਹਾਲੇਲੂਇਆ। ਕਿਉਂਕਿ ਪਵਿੱਤਰ ਆਤਮਾ ਸਾਨੂੰ ਇੱਥੇ ਇਸੇ ਤਰ੍ਹਾਂ ਦਾ ਬਣਾ ਦਿੰਦਾ ਹੈ। ਜਦੋਂ ਚਿੰਨ੍ਹ ਸਾਡੇ ਜੀਵਨਾਂ ਚ ਆਉਂਦਾ, ਜਦੋਂ ਮੋਹ ਸਾਡੇ ਜੀਵਨਾਂ ਚ ਆਉਂਦੀ, ਜਦੋਂ ਮਸੀਹ ਸਾਡੇ ਜੀਵਨਾਂ ਵਿੱਚ ਆਉਂਦਾ, ਆਮੇਨ, ਤਾਂ ਉਹ ਸਾਨੂੰ ਸੰਸਾਰ ਤੋਂ ਅਲੱਗ ਬਣਾਉਂਦਾ ਹੈ। ਹਾਲੇਲੂਇਆ। ਉਹ ਵਕੀਲ ਜਦੋਂ ਸਾਡੀ ਵਕਾਲਤ ਕਰਦਾ ਹੈ ਤਾਂ ਉਹ ਸਾਨੂੰ ਸੰਸਾਰ ਤੋਂ ਅਲੱਗ ਕਰ ਦਿੰਦਾ ਹੈ। ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ, ਉਹਦੇ ਨਾਮ ਦੀ ਤਾਰੀਫ ਹੋਵੇ, ਉਹਦੇ ਨਾਮ ਨੂੰ ਇੱਜ਼ਤ ਤੇ ਜਲਾਲ ਮਿਲੇ। ਔਰ ਉਸ ਤੋਂ ਬਾਅਦ ਨਬੀ ਅੱਗੇ ਕਹਿੰਦਾ ਆ, ਪਵਿੱਤਰ ਆਤਮਾ ਹੋਰ ਕੀ ਆ? ਆਮੇਨ, ਹਾਲੇਲੂਇਆ। ਨਬੀ ਕਹਿੰਦਾ ਪਵਿੱਤਰ ਆਤਮਾ ਕੀ ਆ? ਪਵਿੱਤਰ ਆਤਮਾ ਸਾਡੀ ਆਰਾਮ ਆ। ਪਵਿੱਤਰ ਆਤਮਾ ਸਾਡਾ ਆਰਾਮ ਆ। ਪਵਿੱਤਰ ਆਤਮਾ ਚੈਨ ਆ ਜੋ ਅਲੱਗ ਜੀਵਨ ਆ। ਪਵਿੱਤਰ ਆਤਮਾ ਮੋਰ ਆ ਜੋ ਸਾਡੀ ਸੁਰੱਖਿਆ ਆ। ਪਵਿੱਤਰ ਆਤਮਾ ਮਸੀਹ ਆ ਸਾਡੇ ਅੰਦਰ ਜੋ ਉਹਨਾਂ ਹੀ ਕੰਮਾਂ ਨੂੰ ਸਾਡੇ ਵਿੱਚ ਫੇਰ ਕਰਦਾ ਆ। ਪਵਿੱਤਰ ਆਤਮਾ ਵਕੀਲ ਆ, ਹਾਲੇਲੂਇਆ, ਜੋ ਸਾਡੇ ਲਈ ਵਿਚੋਲਗੀ ਕਰਦਾ ਆ। ਤੇ ਪਵਿੱਤਰ ਆਤਮਾ ਸਾਡਾ ਆਰਾਮ ਆ। ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। ਜਦੋਂ ਅਸੀਂ ਯਸ਼ਾਇਆ ਦੀ ਕਿਤਾਬ ਉਹਦਾ 28 ਅਧਿਆਇ ਖੋਲਦੇ ਆ, ਆਓ ਪੜ੍ਹਦੇ ਹਾਂ। ਯਸ਼ਾਇਆ ਦੀ ਕਿਤਾਬ ਉਹਦਾ 28 ਅਧਿਆਇ। ਯਸ਼ਾਇਆ 28 ਅਧਿਆਇ ਉਹਦੀ 10 ਆਇਤ। ਬੇਦ ਤੇ ਬੇਦ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜਾ ਇੱਥੇ ਥੋੜਾ ਉੱਥੇ। ਉਹ ਤਾਂ ਥਥਰੇ ਬੁੱਲਾਂ ਅਤੇ ਓਪਰੀ ਜ਼ੁਬਾਨ ਦੇ ਰਾਹੀਂ ਇਸ ਪਰਜਾ ਨਾ ਬੋਲੇਗਾ। ਜਿਨ੍ਹਾਂ ਨੂੰ ਉਸ ਆਖਿਆ ਇਹ ਆਰਾਮ ਹੈ, ਫੁੱਸੇ ਹੋਏ ਨੂੰ ਆਰਾਮ ਦਿਓ ਅਤੇ ਚੈਨ ਇਹ ਹੈ, ਪਰ ਉਹਨਾਂ ਨੇ ਸੁਣਨਾ ਨਾ ਚਾਹਿਆ। ਸੋ ਯਹੋਵਾ ਦਾ ਬੋਲ ਉਹਨਾਂ ਲਈ ਹੋਵੇਗਾ, ਬੇਦ ਤੇ ਬੇਦ, ਬੇਦ ਤੇ ਬੇਦ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜਾ ਇੱਥੇ ਥੋੜਾ ਉੱਥੇ। ਆਮੇਨ। ਇਹ ਭਵਿੱਖਬਾਣੀ ਸੀ ਜਿਹੜੀ ਯਸ਼ਾਇਆ ਨਬੀ ਨੇ ਕੀਤੀ ਕਿ ਪਰਮੇਸ਼ਵਰ ਕਹਿੰਦਾ ਮੈਂ ਆਪਣੇ ਲੋਕਾਂ ਦੇ ਨਾਲ ਥੱਥੇ ਬੁੱਲਾਂ ਦੇ ਨਾਲ ਬੋਲਾਂਗਾ। ਔਰ ਇਹ ਭਵਿੱਖਬਾਣੀ ਕਦੋਂ ਪੂਰੀ ਹੋਈ? ਜਦੋਂ ਪੈਂਤੇਕੁਸਤ ਵਾਲੇ ਦਿਨ 120 ਦੇ ਉੱਤੇ ਪਵਿੱਤਰ ਆਤਮਾ ਉਤਰਿਆ ਔਰ ਉਹਨਾਂ ਨੇ ਗੈਰ ਜ਼ਬਾਨਾਂ ਬੋਲਣੀਆਂ ਸ਼ੁਰੂ ਕੀਤੀਆਂ। ਆਮੇਨ। ਔਰ ਇਹ ਕੀ ਸੀ? ਇਹ ਪਰਮੇਸ਼ਵਰ ਦਾ ਪਵਿੱਤਰ ਆਤਮਾ ਸੀ ਜੋ ਉਹਨਾਂ ਦੇ ਉੱਪਰ ਉਤਰਿਆ। ਪਰਮੇਸ਼ਵਰ ਦਾ ਚਿੰਨ੍ਹ ਸੀ ਜੋ ਉਹਨਾਂ ਤੇ ਉਤਰਿਆ। ਇਹ ਪਰਮੇਸ਼ਵਰ ਦੀ ਮੋਹਰ ਸੀ ਜੋ ਉਹਨਾਂ ਤੇ ਉਤਰੀ। ਇਹ ਪਰਮੇਸ਼ਵਰ ਦਾ ਵਕੀਲ ਸੀ ਜੋ ਉਹਨਾਂ ਤੇ ਉਤਰਿਆ। ਇਹ ਪਰਮੇਸ਼ਵਰ ਦਾ ਆਰਾਮ ਸੀ ਜੋ ਉਹਨਾਂ ਦੇ ਉੱਤੇ ਉਤਰਿਆ। ਹਾਲੇਲੂਇਆ। ਇਹ ਆਰਾਮ ਸੀ। ਉਹਨੇ ਕਿਹਾ ਇਹ ਆਰਾਮ ਹੈ, ਗੁੱਸੇ ਹੋਏ ਨੂੰ ਆਰਾਮ ਦਿਓ। ਹੁਣ ਆਰਾਮ ਕੀ ਹੈ? ਪਵਿੱਤਰ ਆਤਮਾ ਚਿੰਨ੍ਹ ਹੈ, ਪਵਿੱਤਰ ਆਤਮਾ ਮੋਹਰ ਹੈ, ਪਵਿੱਤਰ ਆਤਮਾ ਮਸੀਹ ਸਾਡੇ ਅੰਦਰ ਹੈ, ਪਵਿੱਤਰ ਆਤਮਾ ਐਡਵੋਕੇਟ ਹੈ, ਪਵਿੱਤਰ ਆਤਮਾ ਆਰਾਮ ਹੈ, ਇਹ ਰੈਸਟ ਹੈ। ਯਿਸੂ ਮਸੀਹ ਨੇ ਕਿਹਾ ਸੀ, ਇਹ ਸਾਰੇ ਭਾਰ ਤੇ ਬੋਝ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਇਹ ਆਰਾਮ ਕੀ ਹੈ? ਜਿਹੜਾ ਦੇਣ ਦਾ ਵਾਅਦਾ ਉਹਨੇ ਯਸ਼ਾਇਆ ਵਿੱਚ ਕੀਤਾ ਔਰ ਜਿਹੜਾ ਦੇਣ ਦਾ ਵਾਅਦਾ ਉਹਨੇ ਮੱਤੀ ਦੀ ਅੰਜੀਲ ਵਿੱਚ ਕੀਤਾ, ਇਹ ਆਰਾਮ ਪਵਿੱਤਰ ਆਤਮਾ ਹੈ। ਹਾਲੇਲੂਇਆ। ਇਹ ਆਰਾਮ ਪਵਿੱਤਰ ਆਤਮਾ ਹੈ। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। ਨਬੀ ਕਹਿੰਦਾ ਇਟਰਨਲ ਰੈਸਟ, ਇਹ ਸਦੀਪਕ ਆਰਾਮ ਹੈ, ਇੱਕ ਸਦੀਪਕ ਤਸੱਲੀ ਹੈ। ਆਮੇਨ, ਹਾਲੇਲੂਇਆ।
प्रभु के नाम की वडियाई हो, ਉਹਦੇ नाम ਨੂੰ महिमा मिले। ਜਦੋਂ ਅਸੀਂ ਉਤਪਤੀ किताब पढ़ते हाँ तो ਉੱਥੇ ਆਪਾਂ पढ़ते परमेश्वर ने 6 दिन काम किया और 7वें दिन उन्हें आराम किया। आमीन, हालेलुया। और इसी आराम ਨੂੰ ਲੈ ਕੇ, इसी गल ਨੂੰ ਲੈ ਕੇ ਜਿਹੜੇ 7 डे एडवेंटिस्ट वाले हैं, सबत वाले लोग हैं, वो कहते कि 7वां दिन सबत है, 7वां दिन आराम है। सबत का मतलब आराम। ਉਹ ਕੀ ਕਰਦੇ ਹਨ? ਐਤਵਾਰ ਨੂੰ ਪਹਿਲਾ ਦਿਨ ਗਿਣਦੇ ਹਨ ਔਰ ਸ਼ਨੀਵਾਰ ਨੂੰ ਸਬਤ ਦਾ ਦਿਨ ਗਿਣਦੇ ਹਨ। ਇਸ ਲਈ ਉਹ ਆਪ ਕਰਕੇ ਜਦ ਆਪਾਂ ਗਿਣਦੇ ਵੀ ਆ ਤੇ ਐਤਵਾਰ ਪਹਿਲਾ ਹੀ ਦਿਨ ਆਉਂਦਾ ਹੈ। ਔਰ ਬਾਈਬਲ 'ਚ ਇਦਾਂ ਹੀ ਲਿਖਿਆ ਯਿਸੂ ਮਸੀਹ ਹਫ਼ਤੇ ਦੇ ਪਹਿਲੇ ਦਿਨ ਜੀ ਉੱਠਿਆ ਔਰ ਉਹ ਪਹਿਲਾ ਦਿਨ ਜਿਸ ਦਿਨ ਉਹ ਜੀ ਉੱਠਿਆ ਉਹ ਐਤਵਾਰ ਦਾ ਹੀ ਦਿਨ ਸੀ। ਹਾਲੇਲੂਇਆ, ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। ਯਿਸੂ ਮਸੀਹ ਐਤਵਾਰ ਹਫ਼ਤੇ ਦੇ ਪਹਿਲੇ ਦਿਨ ਜੀ ਉੱਠਿਆ ਤੇ सबत वाले कहते हैं कि अगर ऐतवार पहला आ तो फिर शनिवार 7वां दिन है और शनिवार 7वां दिन है, इसलिए सबत 7वें दिन है। असी सबत नूं बंदगी करनी है, और शनिवार नूं बंदगी करते हैं और वो ये सोचते हैं कि असी आराम नूं मना रहे हैं, असी सबत नूं मना रहे हैं, पर यह सबत नहीं है। सबत आराम जो है एक पवित्र आत्मा है। हालेलुया, ये जो आराम जो है एक पवित्र आत्मा है। प्रभु के नाम की बड़ाई हो, ਉਹਦੇ नाम की तारीफ होवे। आमीन, हालेलुया। जिथे ਆਪਾਂ ਇੱਥੇ ਲਿਖਿਆ ਇਹ ਜਿੱਥੇ ਯਸ਼ਾਇਆ ਵਿੱਚ ਲਿਖਿਆ ਆ ਇਹ ਆਰਾਮ ਹੈ। ਯਸ਼ਾਇਆ 28 ਦੇ ਆਪਾਂ ਪੜਿਆ ਆ। यशाया 28 ਉਹਦੀ 10 ਆਇਤ ਤੋਂ ਪੜ੍ਹਿਆ ਆਪਾਂ। ਇੱਥੇ ਅੰਗਰੇਜ਼ੀ ਵਿੱਚ ਵੀ ਲਿਖਿਆ ਦਿਸ ਇਜ਼ ਦ ਰੈਸਟ, ਆਰਾਮ है। और जे तुसी इहनू मूल बाइबल च पढ़ो, और मैं मूल बाइबल च देखदा आ यशाया दी किताब ओदा 28 अध्याय आ देखिए, मैं तुहानू दिखाना चाहना हाँ, प्रभु तुहानू कृपा देवे। यशाया 28 अध्याय 12 आयत। तो उत्थे लिखिया जिथे आप पढ़ते हैं ये आराम है। आराम मीन सबत, सबत का मतलब आराम है। आमीन, हालेलुया। मैं तो बाद तक जरूर ये हवाला दे देवांगा। और उन्हें कहा मैं थथरे बुला ते ओपरी जुबान दे राही इस प्रजा नाल बोलांगा। थथरे बुला नाल ते ओपरी जुबान दे नाल। ओपरी जुबान की है जिहड़ी पेंतेकुस्त वाले दिन बोली गई। 120 उत्ते पवित्र आत्मा उतरिया, उन्होंने गैर जुबाना बोलिया ते परमेश्वर कहता ये आराम है। एक ये पवित्र आत्मा का होना है। और 7 डे एडवेंटिस्ट वाले जो शनिचरवार बंदगी करते हैं वो कहते शनिवार आराम का दिन है, वो शनिवार को आराम कहते हैं। वो कहते हैं कि ऐतवार हफ्ते का पहला दिन है और 7वां दिन आराम का दिन है। शनिवार सबत है, सबत का मतलब आराम है, पर पवित्र आत्मा असल में आराम है। उन्हें कहा सी मैं तुहानू आराम दवांगा, ये मेरा आराम है। हालेलुया। अगर अज तुसी बंदगी समय नाल आए होवो तां तुसी देखिया होना भाई ने भी एक प्रेरणा दे नाल एक हवाला पढ़िया आ भाई जबूर 95 पढ़िया। जबूर 95 भाई ने जो पढ़िया तो मैं बहुत प्रभावित होया।
देखिए जबूर 95 और ਉਹਦੀ 10 आयत 40 ਵਰਿਆਂ ਤੀਕ ਮੈਂ ਇਸ ਪੀੜੀ ਤੋਂ ਘੇਰ ਕਰਦਾ ਰਿਹਾ ਅਤੇ ਮੈਂ ਆਖਿਆ ਭਈ ਇਹ ਤਾਂ ਫਿੱਤੂ ਮਨ ਦੇ ਲੋਕ ਹਨ ਜਿਨ੍ਹਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ ਜਿਨ੍ਹਾਂ ਲਈ ਮੈਂ ਆਪਣੇ ਕ੍ਰੋਧ ਵਿੱਚ ਸਹੁੰ ਖਾਧੀ ਕਿ ਇਹ ਮੇਰੇ ਆਰਾਮ ਵਿੱਚ ਨਾ ਵੜਨਗੇ। ਅੱਜ ਜਦੋਂ ਭਾਈ ਨੇ ਜ਼ਬੂਰ ਪੜ੍ਹਿਆ ਕਿ ਇਹ ਮੇਰੀ ਨੌਲੇਜ ਨਹੀਂ ਸੀ ਪਰ ਭਾਈ ਨੇ ਪੜ੍ਹਿਆ ਉਹਨੇ ਕਹੇ ਮੇਰੇ ਆਰਾਮ ਵਿੱਚ ਨਹੀਂ ਵੜਨਗੇ। आराम की आराम पवित्र आत्मा सी पवित्र आत्मा एक भविष्यवाणी सी पुराने नेम के अंदर 40 बरे वो लोग फिरतू लोग रहे परमेश्वर के वचन की आज्ञाकारी नहीं कर सके। आप जानते हैं कि वो छुटकारे के 3 चरण सन धर्मी ठहराया जाना पवित्रीकरण ते फिर पवित्र आत्मा का बपतिस्मा। हालेलुया। धर्मी ठहरा बाहर निकलना धर्मी ठहर के फिर उजाड़ में चलना और पवित्रीकरण प्राप्त करना और फिर अगे कनान की धरती च बढ़ना एक पवित्र आत्मा का बपतिस्मा वो जदों ने कहे 40 बरे मैंने तो घेर करता रहा 40 बरे केड़ा पीरियड सी ये पीरियड सी सैंक्टिफिकेशन का पवित्रीकरण का पीरियड कि मैं चाहता रहा पवित्रीकरण प्राप्त कर पर ये लोग पवित्रीकरण प्राप्त नहीं कर सके पवित्रताई प्राप्त नहीं कर सके जिदे करके परमेश्वर इन्हां लोगों तो घेर करता रहा। गल समझ नहीं हो इसलिए फिर जदों पवित्रताई प्राप्त नहीं कर सके तो फिर परमेश्वर ने सौं खाधी कि ये लोग हुण मेरे आराम विच नहीं वड़नगे हुण ये लोग मेरे आराम च नहीं जाणगे। उदों एक कनान दे सी पर आराम की सी आराम जदों आप देखते हैं मिस्र विचों निकलना धर्मी ठहरना आ उजाड़ में 40 साल चलना पवित्रीकरण सी और फिर नवी धरती ते जाना यह पवित्र आत्मा का बपतिस्मा सी और उन्हें पवित्र आत्मा के बपतिस्मे ने उन्हें आख्या ये मेरे आराम विच नहीं वड़नगे। हालेलुया। उन्हें कहा ये मेरे आराम विच नहीं वड़नगे मैं इन्होंने अपना आराम नहीं देवांगा। मैं एक परछावा सी एक भविष्यवाणी सी कि जेड़े लोग पवित्रीकरण नहीं प्राप्त करेंगे जेड़े लोग मसीह यसू ते नेचा करके धर्मी नहीं ठहरनगे वो लोग पवित्र आत्मा दे बपतिस्मे नूं प्राप्त नहीं करेंगे। ये लोग उस पवित्र आत्मा ने बपतिस्मे नूं नहीं प्राप्त कर सकणगे। आमीन। उन्हें कहा ये मेरे आराम विच नहीं जाणगे। आराम की सी आराम अगर प्रभु तुहानूं किरपा देवे आराम कोई दिन नहीं सी इहदा सिर्फ एक परछावा सी कि परमेश्वर ने 6 दिन काम किया और 7वें दिन उन्हें आराम किया और ये परछावा सी 7000 सालां दा आदम तो लेके नूह तक 2000 साल हैं नूह तो लेके यीशु मसीह तक 2000 साल हैं यीशु मसीह तो लेके साढ़े तक 2000 साल हैं और एक कुल हो गए हैं 6000 साल और जो कि 7000 साल आ वो साडा आराम है जिथे कलीसिया ने कुछ समय लिए आराम करना। हालेलुया। ये सिर्फ परछावा सी ये सिर्फ एक परछावा सी कि परमेश्वर ने 6 दिन काम किया और 7वें दिन उन्हें आराम किया 7वें दिन उन्हें आराम किया। प्रभु तुहानूं किरपा देवे पर सेवन डे एडवेंटिस्ट वाले कहते हैं कि यह 7वां दिन ही आराम का दिन है शनिवार ही आराम है इसलिए बल्कि शनिवार करनी चाहिए पर साड़ी योग का नबी कहता शनिवार आराम नहीं है आराम पवित्र आत्मा है। हालेलुया। आराम जो है वो पवित्र आत्मा है। आमीन। Hallelujah. When God made the world in 6 days, जदों परमेश्वर ने 6 दिनों में संसार को बनाया
when he went to rest, ਜਦੋਂ ਉਹਨੇ ਆਰਾਮ ਕੀਤਾ, he rested from then on. That's right, ਉਹਨੇ ਆਰਾਮ ਕੀਤਾ, ਇਹ ਠੀਕ ਆ, that settled it, ਔਰ ਇੱਥੇ ਹੀ ਮਸਲਾ ਖਤਮ ਆ। he did not come back on the 8th day and start again, ਫਿਰ 8ਵੇਂ ਦਿਨ ਉਹਨੇ ਆ ਕੇ ਦੁਬਾਰਾ ਕੰਮ ਨੂੰ ਸ਼ੁਰੂ ਨਹੀਂ ਕੀਤਾ। फिर इदा नहीं लिखा उन्हें फिर 8वें दिन को शुरू किया, वो फिर 8वें दिन पहले दिन ते चला गया और फिर काम कर लग गया, नहीं। नबी कहता इट वाज ओनली ए शैडो, एक केवल एक परछावा ही सी, वो द टाइप, एक नमूना ही सी, लाइक मून टू द सन, जिदा सूरज दे लई चंद्रमा है। बट व्हेन द सन कम अप, पर जो सूरज आ जाता है, we do not need the moon no more, ਤਾਂ ਫਿਰ ਸਾਨੂੰ ਹੋਰ ਵੀ ਚੰਦਰਮਾ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਪਰਮੇਸ਼ਵਰ ਨੇ 7ਵੇਂ ਦਿਨ ਆਰਾਮ ਕੀਤਾ, ਇਹ ਸਿਰਫ ਇੱਕ ਪਰਛਾਵਾਂ ਸੀ ਕਿ ਪਰਮੇਸ਼ਵਰ ਜੋ ਕਰਨ ਜਾ ਰਿਹਾ ਆ ਉਹ ਸਿਰਫ ਉਹਦਾ ਇੱਕ ਨਮੂਨਾ ਸੀ। ਏਦਾਂ ਨਹੀਂ ਸੀ ਕਿ ਪਰਮੇਸ਼ਵਰ ਨੇ 7ਵੇਂ 8ਵੇਂ ਦਿਨ ਤੋਂ ਬਾਅਦ फिर 7वें दिन आराम करने तो बाद फिर पहले दिन चला गया, इदा नहीं सी। मतलब कि सिर्फ इन्ना लिखिया, उन्हें पहले दिन आराधना की, दूजे दिन आराधना की, तीजे दिन आराधना की, चौथे दिन, 5वें दिन, 6वें दिन, और लिखिया 7वें दिन उन्हें आराम किया। हालेलुया। ये जस्ट एक परछावा सी, ये नहीं कि फिर परमेश्वर ने फिर पहला दिन आ गया 7वें तो बाद, इदा नहीं सी। ये सिर्फ एक परछावा सी कि परमेश्वर कुछ करन जा रहा है, और परमेश्वर जो करन जा रहा है वो इसी तरह का होएगा। 7वां दिन जेड़ा आराम करना मतलब यह कि परमेश्वर, आमीन, हालेलुया, कि परमेश्वर कुछ इस तरह का काम करन जा रहा है। 7 दिनों में क्यों लिख दिता गया? ताकि वो एक परछावा जिन्हों लैके असीं कुछ देख सकीए, आमीन, कि परमेश्वर 7वें हिस्से नूं, 7वां जो हिस्सा आया उस हिस्से नूं उन्हें आराम नहीं ठहराया है, और सारे काम नूं पूरा कर देगा 6 दिनों में। और 6 दिन आप जान गए आ, 6 दिन 6000 वरे हैं। हालेलुया। 6000 वरे हैं, जिदा आप दस चुके, आदम तो नूह तक, नूह तो यीशु मसीह तक, यीशु मसीह तो साढ़े तक, ये 6000 साल का समा हो गया है। और पतरस दी पत्री जी लिखिया, परमेश्वर के लिए एक दिन 1000 वरे वर्गा है। 1000 वरा एक दिन जी, एक दिन वर्गा है, और एक दिन 1000 वरे वर्गा है। आमीन। होर जो अगे 7वां आ रहा, ये 7वां 1000 साल है। 7वें 1000 साल में परमेश्वर ने राज करना है। आमीन, हालेलुया। वो मसीह धरती ते आएगा और प्रत्यक्ष रूप में इस धरती ते राज करेगा। आमीन, हालेलुया। ये सिर्फ इहदा परछावा सी कि परमेश्वर ने 6 दिन काम किया, 7वें दिन आराम किया। ये सिर्फ इस काम का परछावा सी कि परमेश्वर ने मनुख नूं धरती ते 6000 वरे दिते। ये सिर्फ इसी गल का एक प्रतीक सी, इसे गल की एक टाइम सी। और 7वां जिहड़ा 1000 वरा आ, वो परमेश्वर इस धरती ते राज करेगा। हालेलुया। सिर्फ इस गल का प्रतीक सी, ये नहीं सी। प्रभु तुहानू किरपा दे। और इस गल नूं याद रखने दे लई उन्हें उन्हां लई भी एक दिन ठहराया कि वो इस दिन नूं याद रखण एक परछावे दे विच, और वो शनिवार का दिन सी। और वो शनिवार इकट्ठे होंदे सन, इस गल नूं याद करदे सन कि एक दिन जदों ये काम सारा समाप्त हो जाएगा, जदों मुक्ति का काम खत्म हो जाएगा, जदों छुटकारे का काम संपूर्ण हो जाएगा, जो पाप खत्म कर दिता जाएगा, तब मसीह सारे राजा खत्म करके इस धरती पे राज करेगा। और
वो इस प्रतीक में शनिवार इकट्ठे होते सन, पर शनिवार आराम नहीं सी। तुम मेरी गल समझ रहे हो? शनिवार आराम नहीं सी। हुण आओ तुम मेरा यहोश इब्रानिया की किताब खोलो, 4 अध्याय पढ़ो। प्रभु के नाम की वडियाई हो। इब्रानिया की किताब 4 अध्याय। आमीन। इब्रानिया की किताब 4 अध्याय 4 आयत तो पढ़ते। आ देखी 3 आयत तो, क्यों जो असी जिन्ना नेचा की वो आराम विच वड़दे हां। आराम विच कौन जाते हैं? पौलुस कहंदा जिन्नियां ने नेचा की। आमीन। जिक्र उन्हें आख्या जिवें मैं अपने गुस्से विच सौ खाधी, वो मेरे आराम विच नहीं वड़नगी। आराम विच कदे ना वड़नगी, भावें ओदियां कारागरियां जगत के मुੱਢੋਂ ही बन चुकियां सन। उन्हें 7वें दिन दे विखे किते उवें आख्या भाई परमेश्वर ने अपने सारे कामां तो वेले होके 7वें दिन आराम किया। अते फिर इसदा कहता है वो मेरे आराम विच कदे ना वड़नगी। सो जदों कईयां लई उस विच वड़ना अजे बाकी रहिंदा है, तो जिन्होंने पहला खुशखबरी सुनाई गई सी वो अण आग्याकारी कान उस विच ना वड़े, तो फिर इन्ने चिर मगरों दाऊद की जबानी किसी एक दिन की गल करता होया उसनूं अज दा दिन कहता है, जिवें अगों कहा गया सी, अज जे तुसीं ओहदी आवाज सुनो तो अपने दिलों नूं कठोर ना करो। जे यहोशुआ ने उन्होंने आराम दिता हुंदा तो परमेश्वर ओहदे मगरों किसी होर दिन की गल ना करता। गल कादी? परमेश्वर की प्रजा लई सबत दा आराम अजे बाकी रहिंदा है। आमीन। हालेलुया। सो 11 च लिखिया, सो आओ असी उस आराम विच वड़न दा यतन करिए भाई कोई उन्हां वांगू आण आग्याकारी कान डिग ना पवे। आमीन। और इत्थे साफ साफ लिखिया जे यहोशुआ